ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਤਾਂ ਇੱਕੋ ਇੱਕ ਹੀ ਪ੍ਰਾਈਮ ਮੁੱਦਾ ਜਿਹੜਾ ਉਸ 'ਤੇ ਹੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਪ੍ਰਾਈਮ ਮੁੱਦਾ ਕਿ ਅੱਜ 14 ਅਕਤੂਬਰ ਹੋ ਗਏ ਆ ਤੇ ਜਿਹੜਾ ਦੋ ਸਿੰਘ ਸ਼ਹੀਦ ਹੋਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਬੇਅਦਬੀ ਦੇ ਇਨਸਾਫ ਦੀ ਲੜਾਈ ਲੜ ਰਹੇ ਦੋ ਸਿੰਘ ਜਿਹੜੇ ਆ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਗਏ ਸੀਗੇ। ਉਹਨਾਂ ਦਾ ਅੱਜ 7 ਸਾਲ ਜਿਹੜੇ ਆ ਉਹ ਪੂਰੇ ਹੋ ਗਏ ਸੀ ਤੇ ਬਰਗਾੜੀ ਦੇ ਵਿੱਚ ਵੱਡਾ ਇਕੱਠ ਜਿਹੜਾ ਕੀਤਾ ਹੋਇਆ ਸੀਗਾ, ਜਿੱਥੇ ਸਰਕਾਰ ਦੇ ਨੁਮਾਇੰਦੇ ਵੀ ਪਹੁੰਚੇ, ਵੱਖ-ਵੱਖ ਜਥੇਬੰਦੀਆਂ ਵੀ ਜਿਹੜੀਆਂ ਉਹ ਪਹੁੰਚੀਆਂ ਤੇ ਉੱਥੇ ਜਿਹੜੇ ਆ ਵੱਡੇ ਐਲਾਨ ਹੋਇਆ। ਸਭ ਤੋਂ ਵੱਡੀ ਗੱਲ, ਦਿਲਚਸਪ ਗੱਲ ਇਹ ਰਹੀ ਹੈ ਕਿ ਉੱਥੇ ਕੁੰਵਰ ਵਿਜੇ ਪ੍ਰਤਾਪ ਵੀ ਪਹੁੰਚੇ ਤੇ ਜਿਹੜੇ ਕਿ ਹਰ ਸਾਲ ਉੱਥੇ ਮੱਥਾ ਟੇਕਣ ਲਈ ਪਹੁੰਚਦੇ ਆ, ਪਰ ਇਸ ਵਾਰ ਕੁੰਵਰ ਵਿਜੇ ਪ੍ਰਤਾਪ ਨੇ ਕਮਾਲ ਕਰ ਦਿੱਤੀ ਹੈ ਤਾਂ ਉੱਥੇ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ ਹੈ। ਸਰਕਾਰ ਦੀਆਂ ਮੁਸੀਬਤਾਂ ਦੇ ਵਿੱਚ ਦੋਵਾਂ ਦੇ ਵੱਲੋਂ ਵਾਅਦਾ ਕੀਤਾ ਗਿਆ। ਕਿਵੇਂ ਵਾਅਦਾ ਕੀਤਾ ਗਿਆ? ਹਾਲਾਂਕਿ ਇਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਨਹੀਂ ਬੋਲਿਆ ਗਿਆ, ਪਰ ਜੋ ਸਥਿਤੀਆਂ ਉੱਥੇ ਬਣ ਗਈਆਂ ਉਹ ਆਟੋਮੈਟਿਕ ਹੀ ਸਰਕਾਰ ਦੇ ਖਿਲਾਫ ਜਾਣ ਵਾਲੀਆਂ ਨੇ। ਦੋਵਾਂ ਵਿਧਾਇਕਾਂ ਦੇ ਵੱਲੋਂ ਅਸਤੀਫਿਆਂ ਦੀ ਗੱਲ ਕਹੀ ਗਈ ਹੈ। 1.5 ਮਹੀਨੇ ਦਾ ਸਮਾਂ ਮੰਗ ਲਿਆ ਗਿਆ, ਦਿੱਤਾ ਗਿਆ ਸਮਾਂ ਮੋਰਚੇ ਦੇ ਵੱਲੋਂ ਸਰਕਾਰ ਨੂੰ ਕਿ ਹੁਣ 1.5 ਮਹੀਨੇ ਦੇ ਵਿੱਚ ਇਨਸਾਫ ਹੋ ਪਾਊਗਾ। ਕੁੰਵਰ ਵਿਜੇ ਪ੍ਰਤਾਪ ਕੁਝ ਹੋਰ ਕਹਿ ਕੇ ਗਏ ਨੇ, ਜਿਹੜੇ ਸਪੀਕਰ ਸਾਹਿਬ ਨੇ ਕੁਝ ਹੋਰ ਕਹਿ ਕੇ ਗਏ ਨੇ। ਕੁੰਵਰ ਵਿਜੇ ਪ੍ਰਤਾਪ ਕਹਿੰਦੇ ਕਿ ਇਨਸਾਫ ਨਹੀਂ ਮਿਲਣਾ ਤਾਂ ਸਪੀਕਰ ਸਾਹਿਬ ਕਹਿੰਦੇ ਇਨਸਾਫ ਮਿਲੂਗਾ, ਜੇ ਨਾ ਮਿਲਿਆ ਤਾਂ ਅਸੀਂ ਵੀ ਸਰਕਾਰ ਤੋਂ ਇਹੋ ਜਿਹੀ ਤੋਂ ਕਰਾਉਣਾ ਕੀ ਹੈ। ਇਸੇ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਵਿਧਾਇਕ ਇਸ ਪੂਰੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਹੋਈ ਜਾ ਰਹੇ ਆ ਤਾਂ ਸਰਕਾਰ ਵੀ ਜਿਹੜੀ ਆ ਉਹ ਘਿਰਦੀ ਜਾ ਰਹੀ ਆ ਕਿ ਇਸ ਮੁੱਦੇ ਦਾ ਕੋਈ ਹੱਲ ਹੋਊਗਾ। ਕੁੰਵਰ ਵਿਜੇ ਪ੍ਰਤਾਪ ਨੇ ਅੱਜ ਬਹੁਤ ਵੱਡੇ ਖੁਲਾਸੇ ਕੀਤੇ। ਇੱਕ ਵੀ ਗੱਲ ਐਵੀਡੈਂਸ ਤੋਂ ਬਿਨਾਂ ਨਹੀਂ ਕੀਤੀ। ਉਹ IPS ਅਫਸਰ ਜਿਹਨੇ ਇਸ ਪੂਰੇ ਮਾਮਲੇ ਨੂੰ ਬੜੀ ਘੋਖ ਪੜਤਾਲ ਦੇ ਨਾਲ ਜਿਹੜਾ ਜਾਂਚਿਆ, ਉਹ ਬੰਦਾ ਕਹਿ ਰਿਹਾ ਕਿ ਇਨਸਾਫ ਨਹੀਂ ਮਿਲਣਾ। ਜੇ ਨਹੀਂ ਮਿਲਦਾ ਤਾਂ ਸਰਕਾਰ ਦੀਆਂ ਮੁਸੀਬਤਾਂ ਕਿਸ ਤਰੀਕੇ ਨਾਲ ਵਧਣਗੀਆਂ। ਉੱਧਰੋਂ ਹੋਰ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਈ ਤਰੀਕੇ ਦੇ ਐਲਾਨ ਕੀਤੇ ਗਿਆ ਕਿ ਵੱਖਰੀ ਸਰਕਾਰ ਦਾ ਐਲਾਨ ਹੋ ਜਾਵੇ। ਜੇ ਇਨਸਾਫ ਮਿਲਦਾ ਤਾਂ ਕਿਹੋ ਜਿਹੀਆਂ ਸਥਿਤੀਆਂ, ਜੇ ਨਹੀਂ ਮਿਲਦਾ ਤਾਂ ਕਿਹੋ ਜਿਹੀਆਂ ਸਥਿਤੀਆਂ। ਕਿੰਨੇ ਕੁ ਵਿਧਾਇਕ ਕਿ ਕੁੰਵਰ ਵਿਜੇ ਪ੍ਰਤਾਪ ਔਰ ਕੁਲਤਾਰ ਸੰਧਵਾ ਅਸਤੀਫਾ ਦੇ ਦੇਣਗੇ? ਜੇ ਦੇਣਗੇ ਤਾਂ ਇਹਨਾਂ ਦੇ ਨਾਲ ਕੀ ਹੋਰ ਵੀ ਲੋਕ ਦੇਣਗੇ ਜਾਂ ਨਹੀਂ ਦੇਣਗੇ, ਜਾਂ ਸਥਿਤੀਆਂ ਕਿਹੋ ਜਿਹੀਆਂ ਬਣਨਗੀਆਂ, ਉਹ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਵਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਆ। ਸਭ ਤੋਂ ਪਹਿਲਾਂ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੂੰਗਾ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਬਹੁਤ ਬਹੁਤ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਤਾਂ ਉੱਥੇ ਜੋ ਘਟਨਾਕ੍ਰਮ ਹੋਏ ਹੈ, ਜੋ ਕੁਝ ਕੁੰਵਰ ਵਿਜੇ ਪ੍ਰਤਾਪ ਨੇ ਬੋਲਿਆ, ਉਸ ਤੋਂ ਬਾਅਦ ਸਥਿਤੀਆਂ ਬਣੀਆਂ, ਜੋ ਕੁਲਤਾਰ ਸੰਧਵਾ ਕਹਿ ਕੇ ਗਏ ਹੈ, ਜੋ ਉੱਥੇ ਸਿੱਖ ਜਥੇਬੰਦੀਆਂ ਨੇ ਕਿਹਾ, ਉਹ ਪੂਰੀ ਤਸਵੀਰ ਨੂੰ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸੋ ਤੇ ਤੁਸੀਂ ਕਿਵੇਂ ਦੇਖਦੇ ਹੋ ਉਸ ਪੂਰੀ ਤਸਵੀਰ ਨੂੰ। ਅਗਲੀ ਚਰਚਾ ਆਪਾਂ ਬਾਅਦ 'ਚ ਕਰਦੇ ਹਾਂ। ਸੁਖਵਿੰਦਰ ਜੀ, ਅੱਜ ਜੋ ਕੁਝ ਉੱਥੇ ਵਾਪਰਿਆ, ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਥੇ ਬੋਲੇ, ਕੁਲਤਾਰ ਸੰਧਵਾ ਸਾਹਮਣੇ ਸੀ, ਜਿਹੋ ਜਿਹੀਆਂ ਸਥਿਤੀਆਂ ਉੱਥੇ ਬਣੀਆਂ, ਮੈਨੂੰ ਉਹ ਵਰਤਾਰਾ ਯਾਦ ਆ ਰਿਹਾ ਜਿਹੜਾ 2021 ਦੇ ਵਿੱਚ ਜਦੋਂ SIT ਦੀ ਰਿਪੋਰਟ ਰੱਦ ਹੁੰਦੀ ਆ ਹਾਈ ਕੋਰਟ ਦੇ ਵਿੱਚ ਤੇ ਨਵਜੋਤ ਸਿੱਧੂ ਆਪਣੀ ਹੀ ਸਰਕਾਰ ਨੂੰ ਘੇਰਨ ਦੇ ਮੂਡ 'ਚ ਸਾਹਮਣੇ ਆ ਜਾਂਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਆ। ਤੇ ਫਿਰ ਉਹ 2-3 ਮਹੀਨਿਆਂ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਤੇ ਸਤੰਬਰ ਮਹੀਨੇ ਤੱਕ ਇੰਨਾ ਕੁਝ ਵਾਪਰਦਾ ਕਿ ਸਥਿਤੀਆਂ ਨਾ ਕਾਂਗਰਸ ਦੇ ਹੱਕ 'ਚ ਰਹਿੰਦੀਆਂ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਤੇ ਨਾ ਹੀ ਨਵਜੋਤ ਸਿੱਧੂ ਦੇ। ਪਾਸਾ ਇਸ ਤਰੀਕੇ ਨਾਲ ਪਲਟਦਾ, ਉਹ ਸਰਕਾਰ ਕਾਂਗਰਸ ਜਿਹੜੀ 77 ਸੀਟਾਂ ਲੈ ਕੇ ਆਈ ਸੀ, ਮੂਧੇ ਮੂੰਹ ਜਾ ਕੇ ਡਿੱਗ ਪੈਂਦੀ ਆ। ਤੇ ਤੁਸੀਂ ਦੇਖ ਲਓ, ਉਹਨਾਂ ਬੰਦਿਆਂ ਦੇ ਵਿੱਚ ਕੋਈ ਵੀ ਬੰਦਾ ਇਸ ਵੇਲੇ ਸਰਗਰਮ ਰਾਜਨੀਤੀ ਦਾ ਹਿੱਸਾ ਨਹੀਂ। ਉਹੋ ਜਿਹੇ ਹਾਲਾਤ ਜਿਹੜੇ ਮੈਨੂੰ ਅੱਜ ਉੱਥੇ ਬੰਦੇ ਵਿਖਾਈ ਦਿੱਤੇ ਜਦੋਂ ਅੰਮ੍ਰਿਤਸਰ ਤੋਂ ਚੁਣੇ ਵਿਧਾਇਕ ਸਾਬਕਾ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉੱਥੇ ਅਹਿਮ ਖੁਲਾਸੇ ਕਰਦਿਆਂ ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਹਾਂ ਵੀ ਜਿਸ ਤਰੀਕੇ ਨਾਲ ਮੇਰੀ ਕੋਰਟ ਜਿਹੜੀ ਪਹਿਲੀ ਰਿਪੋਰਟ ਜਿਹੜੀ ਰੱਦ ਹੋਈ ਸੀ, ਉਸੇ ਤਰੀਕੇ ਨਾਲ ਇਸ ਸਰਕਾਰ ਦੇ ਵਿੱਚ ਵੀ 20 ਮਈ ਨੂੰ ਜਿਹੜੀ ਬਹਿਬਲ ਕਲਾਂ ਗੋਲੀकांड ਵਾਲੀ ਰਿਪੋਰਟ ਆ ਉਹ ਰੱਦ ਹੋ ਸਕਦੀ ਸੀ। ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਜਾ ਕੇ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਕਿਸੇ ਤਰੀਕੇ ਨਾਲ ਇਸ ਰਿਪੋਰਟ ਨੂੰ ਬਚਾਇਆ ਜਾਵੇ। ਚਿੱਠੀ ਲਿਖੀ ਤਾਂ ਫਿਰ ਕਹਿੰਦੇ ਕਿ ਚਿੱਠੀ ਲਿਖਣ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਈ। ਤਾਂ ਫਿਰ ਇਹ ਜਿਹੜਾ ਇੱਕ ਅਹਿਮ ਖੁਲਾਸਾ ਆ, ਇਹ ਸੁਖਵਿੰਦਰ ਜੀ ਇੱਕ ਬਹੁਤ ਮਹੱਤਵਪੂਰਨ ਖੁਲਾਸਾ ਇਹ ਆ ਕਿ ਬਿਲਕੁਲ ਉਹੋ ਜਿਹੇ ਹਾਲਾਤ ਨੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਜਾਂ 4.5 ਸਾਲ ਦਾ ਬਾਦਲਾਂ ਨੂੰ ਕੱਖ ਨਹੀਂ ਕੀਤਾ, ਜਾਂ ਉਸ ਗੋਲੀकांड ਦੇ ਜ਼ਿੰਮੇਵਾਰ ਜਿਹੜੇ ਕਥਿਤ ਤੌਰ ਤੇ ਅਧਿਕਾਰੀ ਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਉਸੇ ਤਰੀਕੇ ਨਾਲ ਅੱਜ ਕੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੇ ਜਿਹੜੇ ਅਸੀਂ ਕਹਿ ਸਕਦੇ ਪਰਦੇ ਢੇੜ ਕੇ ਰੱਖ ਦਿੱਤੇ ਕਿ ਭਈ ਹਾਂ ਭਈ ਇਸ ਮੁੱਦੇ ਤੇ ਇਸ ਮੁੱਦੇ ਤੇ ਇਸ ਮੁੱਦੇ ਤੇ। ਦੂਜੇ ਪਾਸੇ ਇਸ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਉਸਨੇ ਜਿਸ ਤਰੀਕੇ ਨਾਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ, ਬਕਾਇਦਾ ਫੈਕਟ ਐਂਡ ਫਿਗਰ ਸੰਗਤਾਂ ਦੇ ਸਾਹਮਣੇ ਪੇਸ਼ ਕੀਤੇ, ਮੇਰਾ ਨਹੀਂ ਖਿਆਲ ਕਿ ਉੱਥੇ ਉਸ ਭੀੜ ਦੇ ਵਿੱਚ ਮੌਜੂਦ ਕੋਈ ਵੀ ਵਿਅਕਤੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਝੁਠਲਾ ਸਕਦਾ ਹੋਵੇ। ਸਾਰੇ ਵਿਅਕਤੀ ਉਹਦੇ ਨਾਲ ਸਨ। ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹ ਕੰਵਰ ਵਿਜੇ ਪ੍ਰਤਾਪ ਦਾ ਇੱਕ ਵੱਡਾ ਐਲਾਨ ਜਿਹੜਾ ਉਹਨੇ ਇਹ ਕੀਤਾ ਕਿ ਹਾਂ ਭਈ ਜੇਕਰ ਮੈਂ IPS ਦੀ IG ਦੀ ਨੌਕਰੀ ਤਿਆਗ ਸਕਦਾ ਤਾਂ ਮੇਰੇ ਵਾਸਤੇ ਇਹ ਵਿਧਾਇਕੀ ਵੀ ਕੋਈ ਵੱਡੀ ਚੀਜ਼ ਨਹੀਂ ਆ, ਮੈਂ ਇਹ ਵੀ ਅਸਤੀਫਾ ਜਿਹੜਾ ਉਹਨਾਂ ਨੇ ਸਿੱਧਾ ਜਿਹੜੇ ਸੰਬੋਧਨ ਕਰਦੇ ਆ ਕੁਲਤਾਰ ਸੰਧਵਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੂੰ ਸਿੱਧਾ ਕਿਹਾ ਕਿ ਮੇਰਾ ਅਸਤੀਫਾ ਲੈ ਕੇ ਤੁਸੀਂ ਜੇਬ 'ਚ ਪਾ ਲਓ, ਮਨਜ਼ੂਰ ਇਸ ਨੂੰ ਉਦਣ ਕਰਿਓ ਜਿਸ ਦਿਨ ਤੁਹਾਡਾ ਦਿਲ ਕਰੂਗਾ, ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ, 1 ਦਿਨ 2 ਦਿਨ ਇਸ ਮੁੱਦੇ ਤੇ ਖੁੱਲ੍ਹ ਕੇ ਬਹਿਸ ਜਿਹੜੀ ਹੋਣੀ ਚਾਹੀਦੀ ਆ। ਮੈਂ ਇਸ ਮੁੱਦੇ ਤੇ ਅਸਤੀਫਾ ਵੀ ਦੇਣ ਨੂੰ ਤਿਆਰ ਆ, ਤੁਸੀਂ ਜੇਕਰ ਨਹੀਂ ਕਿਸੇ ਬੰਨੇ ਗੱਲ ਲੱਗਦੀ। ਤੇ ਦੂਜੀ ਗੱਲ ਸੁਖਵਿੰਦਰ ਜੀ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ 2018 ਦੇ ਵਿੱਚ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਝੋਲੀ ਅੱਡ ਕੇ ਗੱਲ ਕੀਤੀ ਕਿ ਜਿਹੜੀ SIT ਬਣਾਉਣ ਦੀ ਗੱਲ, ਕਹਿੰਦੇ ਕਿ ਉਹ ਝੋਲੀ ਅੱਡ ਕੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਚਾਹੀਦਾ, ਦੋਸ਼ੀ ਜੇਲ੍ਹਾਂ ਦੇ ਪਿੱਛੇ ਚਾਹੀਦੇ ਨੇ ਜਿਹੜੇ ਗੋਲੀकांड ਦੇ ਜ਼ਿੰਮੇਵਾਰ ਅਧਿਕਾਰੀ। ਤੇ ਕਹਿੰਦੇ ਫਿਰ ਉਹ SIT ਬਣੀ ਤੇ SIT ਬਣੀ ਤੇ SIT ਨੇ ਕੰਮ ਵੀ ਪੂਰੀ ਨਿਰਪੱਖਤਾ ਤੇ ਪੂਰੀ ਇਮਾਨਦਾਰੀ ਨਾਲ ਕੀਤਾ, ਪਰ ਪਰਦੇ ਦੇ ਪਿਛਲੇ ਉਹ ਸਿਆਸਤੀ ਕੀ ਹੋਇਆ, ਕਿਸ ਤਰੀਕੇ ਨਾਲ ਰਿਪੋਰਟ ਰੱਦ ਹੋਈ, ਉਹ ਤਾਂ ਬੀਤੇ ਦੀਆਂ ਗੱਲਾਂ ਨੇ। ਕਹਿੰਦੇ ਕਿ ਅੱਜ ਦੇ ਦੌਰ 'ਚ ਜਿਹੜੀਆਂ ਮੈਂ ਸਥਿਤੀਆਂ ਵੇਖਦਾ, ਇਨਸਾਫ ਨਹੀਂ ਜੇ ਮਿਲਣਾ, ਇਨਸਾਫ ਤਾਂ ਨਹੀਂ ਮਿਲਣਾ ਕਿਉਂਕਿ ਜੇਕਰ ਉਹ ਰਿਪੋਰਟ ਰੱਦ ਹੋਈ ਤਾਂ ਹੁਣ ਇਸ ਰਿਪੋਰਟ ਨੂੰ ਵੀ ਰੱਦ ਕਰਾਉਣ ਵਾਸਤੇ ਸਰਕਾਰ ਅੰਦਰ ਹੀ ਬੜਾ ਕੁਝ ਇਹੋ ਜਿਹਾ ਚੱਲਦਾ ਪਿਆ, ਜਾਂ ਸਰਕਾਰ ਕਰ ਹੀ ਕੱਖ ਨਹੀਂ ਰਹੀ ਜਿਹੜਾ ਉਹਨਾਂ ਦਾ ਭਾਵ ਸੀ, ਤਾਂ ਕੁਦਰਤੀ ਤੌਰ ਤੇ ਫਿਰ ਇਨਸਾਫ ਮਿਲਣਾ ਕਿੱਥੋਂ ਆ। ਸੋ ਇਹ ਅੱਜ ਦਾ ਮਹੱਤਵਪੂਰਨ ਉਸ ਮੰਚ ਦੇ ਉੱਤੋਂ ਅਣਖ ਸਾਹਿਬ ਇਹ ਬੜੀ ਅਹਿਮ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਕੰਵਰ ਵਿਜੇ ਪ੍ਰਤਾਪ ਇੱਕ ਪਾਸਿਓਂ ਕਹਿ ਗਏ ਹੈ ਕਿ ਇਨਸਾਫ ਨਹੀਂ ਮਿਲਣਾ, ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਹੁਣ ਇਨਸਾਫ ਦੀ ਉਮੀਦ ਨਾ ਰੱਖੋ। ਹੁਣ ਕਹਿੰਦੇ ਇੱਕ ਚੈਪਟਰ ਬੰਦ ਹੋ ਗਿਆ ਤੇ ਤੀਜਾ ਅਧਿਆਏ ਸ਼ੁਰੂ ਹੋ ਚੁੱਕਿਆ, ਇਨਸਾਫ ਕਹਿੰਦੇ ਨਹੀਂ ਮਿਲਣਾ ਤੇ ਹੁਣ ਆਪਾਂ ਨੂੰ ਆਪ ਨੂੰ ਕਹਿੰਦੇ ਲੜਾਈ ਲੜਨੀ ਪੈਣੀ ਹੈ। ਇਹ ਗੱਲ ਉਹਨਾਂ ਨੇ ਬੜੀ ਠੋਕ ਕੇ ਵਾਰ-ਵਾਰ ਕਹੀ ਹੈ। ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਇਹ ਗੱਲ ਕਹਿ ਜਾਂਦੇ ਆ ਕਿ 1.5 ਮਹੀਨੇ ਦਾ ਸਮਾਂ ਜਿਹੜਾ ਉਹ ਦੇ ਦਿਓ, ਜੇ 1.5 ਮਹੀਨੇ ਦੇ ਵਿੱਚ ਇਨਸਾਫ ਨਾ ਦਵਾ ਪਾਏ ਤਾਂ ਫਿਰ ਅਸੀਂ ਕਹਿੰਦੇ ਇਸ ਸਰਕਾਰ ਤੋਂ ਕਰਾਉਣਾ ਕੀ ਹੈ, ਤੇ ਸਾਡੀ ਸਰਕਾਰ ਤਾਂ ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਹੋਈ ਹੈ। ਸਿੱਧੇ ਤੌਰ ਤੇ ਉਹਨਾਂ ਨੇ ਵੀ ਅਸਤੀਫੇ ਵੱਲ ਜਿਹੜਾ ਇਸ਼ਾਰਾ ਕਰ ਦਿੱਤਾ, ਉਹਨਾਂ ਨੇ ਵੀ ਸਰਕਾਰ ਤੋਂ ਕਿਨਾਰਾ ਕਰਨ ਦਾ ਇਸ਼ਾਰਾ ਕਰ ਦਿੱਤਾ। ਹੁਣ ਮੰਨੀਏ ਕਿਹਦੀ, ਕੁਲਤਾਰ ਸਿੰਘ ਸੰਧਵੇ ਦੀ ਮੰਨੀਏ ਜਿਹੜਾ ਕਹਿੰਦਾ ਸਰਕਾਰ ਇਨਸਾਫ ਦਿਵਾਊਗੀ, ਹਾਲਾਂਕਿ ਇੱਕ ਵਾਰੀ ਤਾਂ ਮੰਨ ਕੇ 1.5 ਮਹੀਨੇ ਦਾ ਸਮਾਂ ਦੇ ਦਿੱਤਾ, ਤਾਂ ਜਾਂ ਫਿਰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਮੰਨੀਏ ਜਿਹਦੀ ਕਿ ਮੰਨਣ ਨੂੰ ਜੀ ਵੀ ਕਰਦਾ ਹੈ, ਜਿਹਦੀ ਕਿ ਲੋਕ ਗਰੰਟੀਆਂ ਲੈਂਦੇ ਨੇ ਕਿ ਭਾਈ ਇਨਸਾਫ ਨਹੀਂ ਮਿਲਣਾ। ਹੁਣ ਕਿਹਦੀ ਗੱਲ ਮੰਨੀ? ਸੁਖਵਿੰਦਰ ਜੀ ਇਹ ਤਾਂ ਗੱਲ ਵੇਖੋ, ਜੋ ਬਤੌਰ ਪੁਲਿਸ ਅਧਿਕਾਰੀ, ਸਾਬਕਾ ਪੁਲਿਸ ਅਧਿਕਾਰੀ ਜੋ ਕੰਵਰ ਵਿਜੇ ਪ੍ਰਤਾਪ ਦਾ ਵਿਊ ਆ ਜਾਂ ਵਿਜ਼ਨ ਆ, ਉਹਨੇ ਤਾਂ ਇਹ ਚੀਜ਼ ਪੇਸ਼ ਕਰਤੀ ਕਿ ਕਿਸ ਤਰੀਕੇ ਦੇ ਨਾਲ ਪਰਦੇ ਤੇ ਪਿੱਛੇ ਰਣਨੀਤੀਆਂ ਚੱਲਦੀਆਂ ਨੇ ਤੇ ਕਿਸ ਤਰੀਕੇ ਨਾਲ ਸਿਆਸਤ ਖੇਡੀ ਜਾਂਦੀ ਆ ਤੇ ਕਿਸ ਤਰੀਕੇ ਨਾਲ ਪੁਲਿਸ ਅਧਿਕਾਰੀਆਂ ਨੂੰ ਬੜੀ ਦਾ ਬੱਕਰਾ ਬਣਾਇਆ ਜਾਂਦਾ। ਉਹਨਾਂ ਤਾਂ ਉਸ ਆਧਾਰ ਤੇ ਬੜਾ ਚਿਰ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਉਸ ਘਟਨਾ ਦੇ ਜ਼ਿੰਮੇਵਾਰ ਜਿਹੜੇ ਕਥਿਤ ਤੌਰ ਤੇ ਦੋਸ਼ੀ ਪਰਿਵਾਰ ਨੇ ਉਹਨਾਂ ਦੇ ਖਿਲਾਫ ਕੋਈ ਬੰਦਾ ਕਾਰਵਾਈ ਕਰ ਸਕੇ, ਕਿ ਪੁਲਿਸ ਅਧਿਕਾਰੀ 'ਚ ਹਿੰਮਤ ਨਹੀਂ। ਦੂਜੇ ਪਾਸੇ ਸੁਖਵਿੰਦਰ ਜੀ ਕੁਲਤਾਰ ਸਿੰਘ ਸੰਧਵਾ ਨੇ, ਕੁਲਤਾਰ ਸਿੰਘ ਸੰਧਵਾ ਦੂਜੀ ਵਾਰ ਵਿਧਾਇਕ ਬਣੇ ਨੇ ਤੇ ਇੱਕ ਅੰਮ੍ਰਿਤਧਾਰੀ ਅਸੀਂ ਕਹਿ ਸਕਦੇ ਨਹੀਂ ਕਿ ਅੰਮ੍ਰਿਤਧਾਰੀ ਸਿੱਖ ਨੇ, ਉਹ ਬਪਟਾਈਜ਼ ਸਿੱਖ ਨੇ, ਤਾਂ ਉਹ ਜੀ ਸਥਿਤੀ ਦੇ ਵਿੱਚ ਪਰ ਹੈ ਉਹ ਵੀ ਸਿਆਸਤਦਾਨ, ਤਾਂ ਉਹਨਾਂ ਨੇ ਸਿਆਸਤ ਜਿਹੜੀ ਖੇਡਣੀ ਆ ਉਹ ਸਿਆਸਤ ਦੇ ਪੱਖ ਤੋਂ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਠੀਕ ਆ 1.5 ਮਹੀਨੇ ਦਾ ਸਾਨੂੰ ਸਮਾਂ ਦੇ ਦਿਓ, 1.5 ਮਹੀਨੇ 'ਚ ਤੁਹਾਨੂੰ ਅਸੀਂ ਇਨਸਾਫ ਲੈ ਕੇ ਦੱਸ ਦਿੰਦੇ ਹਾਂ, ਨਹੀਂ ਤਾਂ ਫਿਰ ਅਸੀਂ ਇਨਸਾਫ ਇਸ ਸਰਕਾਰ ਨੂੰ ਕਰਨਾ ਕਿ ਸਾਡੀ ਸਰਕਾਰ ਤਾਂ ਗੁਰੂ ਗ੍ਰੰਥ ਸਾਹਿਬ ਆ। ਇਹ ਜਿਹੜਾ ਉਹਨਾਂ ਦਾ ਬਿਆਨ ਆ ਇਹ ਇੱਕ ਰਾਜਨੀਤਾ ਦਾ ਬਿਆਨ ਆ ਤੇ ਦੂਜੇ ਪਾਸੇ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਬਿਆਨ ਆ ਉਹ ਵਿਧਾਇਕ ਦਾ ਬਿਆਨ ਨਹੀਂ ਆ, ਉਹ ਉਸ ਪੁਲਿਸ ਅਧਿਕਾਰੀ ਦਾ ਬਿਆਨ ਆ ਜਿਸ ਨੇ ਇਸ ਮਸਲੇ ਨੂੰ ਅਖੀਰ ਤੱਕ ਵੇਖਿਆ, ਝਾਕਿਆ, ਘੋਖਿਆ ਤੇ ਫਿਰ ਵੇਖਿਆ ਕਿ ਇਹਦੇ ਉੱਤੇ ਕਾਰਵਾਈ ਕਰਨ ਨੂੰ ਕੋਈ ਵੀ ਵਿਅਕਤੀ ਤਿਆਰ ਨਹੀਂ, ਕੋਈ ਵੀ ਸਰਕਾਰ ਤਿਆਰ ਨਹੀਂ, ਨਾ ਕੈਪਟਨ ਅਮਰਿੰਦਰ ਸਿੰਘ, ਨਾ ਚਰਨਜੀਤ ਸਿੰਘ ਚੰਨੀ, ਨਾ ਖੁਦ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਭਗਵੰਤ ਸਿੰਘ ਮਾਨ, ਕਿਉਂਕਿ ਉਹ ਉਸ ਸਿਸਟਮ ਦਾ ਹਿੱਸਾ ਨੇ। ਤੇ ਮੰਨਣਾ ਫਿਰ ਸੁਖਵਿੰਦਰ ਜੀ ਸਾਨੂੰ
ਇਸ ਅਧਿਕਾਰੀ ਦੀ ਹੀ ਮੰਨਣਾ ਪਊਗਾ ਕਿ ਜਿਸ ਨੇ ਇਸ ਸਾਰੇ ਸਿਨੈਰੀਓ ਨੂੰ ਆਪਣੇ ਅੱਖੀਂ ਵੇਖਿਆ ਤੇ ਉਸ ਸਿਸਟਮ ਦਾ ਇੱਕ ਹਿੱਸਾ ਬਣ ਕੇ ਸਾਰੀਆਂ ਗੱਲਾਂ ਦੀ ਜਾਂਚ ਪੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਗਏ ਕਿ ਇਹਦਾ ਕੁਝ ਕਰੋ। ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਸ਼ਕਤੀਸ਼ਾਲੀ ਪੋਜੀਸ਼ਨ ਦੇ ਵਿੱਚ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਚੁੱਕੀ, ਸੱਜੇ ਦੇ ਖੱਬੇ ਪਾਸੇ ਰੱਖਤੀ। ਉਹਨਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਸਰਕਾਰਾਂ ਨੇ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨਾਲ ਬਲਾਤਕਾਰ ਕੀਤਾ। ਮੈਂ ਬੜਾ ਹੋਰ ਤਰੀਕੇ ਦਾ ਸ਼ਬਦ ਵਰਤਿਆ ਕਿ ਬਲਾਤਕਾਰ ਕੀਤਾ, ਕਿ ਉਸ ਰਿਪੋਰਟ ਨੂੰ ਰਹਿਣ ਹੀ ਕਹੇ ਜੋਗਾ ਕੱਖ ਨਹੀਂ ਦਿੱਤਾ, ਤਾਂ ਜਿਸ ਕਰਕੇ ਉਸ ਵਿਅਕਤੀ ਨੂੰ ਮਜਬੂਰ ਹੋ ਕੇ ਘਰ ਬਹਿਣਾ ਪਿਆ। ਸੋ ਮੰਨਣਾ ਪਏਗਾ ਕਿ ਇਨਸਾਫ, ਮੈਨੂੰ ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਹੀ ਗੱਲ ਤੇ ਯਕੀਨ ਜਿਹੜਾ ਉਹ ਜ਼ਿਆਦਾ ਲੱਗਦਾ ਕਿ ਇਨਸਾਫ ਮੁਸ਼ਕਲ ਆ, ਕਿਉਂਕਿ ਸੁਖਵਿੰਦਰ ਜੀ ਜੇ ਇਨਸਾਫ ਮਿਲਣਾ ਹੁੰਦਾ, ਜੇਕਰ ਇਹ ਸਰਕਾਰ ਇੰਨੀ ਹੀ ਗੰਭੀਰ ਹੁੰਦੀ ਤਾਂ ਸੁਖਵਿੰਦਰ ਜੀ 7 ਮਹੀਨੇ ਹੋ ਚੱਲੇ ਆ, ਹੁਣ ਤੱਕ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਸੀ। ਅੱਜ 14 ਮਾਰਚ ਨੂੰ ਨਹੀਂ, ਹੁਣ ਵਾਪਰਦਾ 14 ਜਿਸ ਤਰੀਕੇ ਨਾਲ ਕੰਵਰ ਵਿਜੇ ਜੀ 14 ਅਕਤੂਬਰ ਨੂੰ ਜਿਸ ਤਰੀਕੇ ਨਾਲ ਅੱਜ 7ਵੀਂ ਵਰ੍ਹੇਗੰਢ ਸੀ ਤੇ ਜਿਸ ਤਰੀਕੇ ਨਾਲ ਬਰਗਾੜੀ ਇਨਸਾਫ ਮੋਰਚੇ ਦਾ ਅੱਜ ਪ੍ਰੈਸ਼ਰ ਸੀ, ਠੀਕ 2 ਦਿਨ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਹਰਕਤ ਵਿੱਚ ਆ ਕੇ ਸੁਖਬੀਰ ਬਾਦਲ ਕੋਲ ਵੀ ਪੁੱਛਗਿੱਛ ਕਰਦੀ ਆ ਤੇ ਵੱਡੇ ਬਾਦਲ ਸਾਹਿਬ ਕੋਲ ਵੀ ਕਰਦੀ ਆ ਕਿ ਇਹ ਸਰਕਾਰ ਸੁੱਤੀ ਹੀ ਫਿਰ 6 ਮਹੀਨੇ ਪਹਿਲਾਂ ਕਿਉਂ ਨਾ ਕੀਤਾ। ਤੇ ਦੂਜੇ ਪਾਸੇ ਪਹਿਲੇ ਮਹੀਨੇ ਨੂੰ ਵੀ ਛੱਡ ਦਿਓ, ਜਦੋਂ ਤੁਹਾਨੂੰ ਇਹ ਪਤਾ ਸੀ, ਜਦੋਂ ਕਹਿੰਦੇ ਕਿ 24 ਘੰਟਿਆਂ 'ਚ ਅਸੀਂ ਅੰਦਰ ਕਰ ਦਾਂਗੇ, ਆਹ ਬੰਦਾ ਲੱਗ ਗਿਆ, ਉਸ ਵਕਤ ਵੀ ਤੁਸੀਂ ਚੁੱਪ ਰਹੇ। ਫਿਰ 7 ਮਹੀਨਿਆਂ ਦੇ ਵਿੱਚ ਇਹ ਜੋ ਕੁਝ ਤੁਸੀਂ ਕਰ ਰਹੇ ਜੇ, ਇਹ ਸੁਖਵਿੰਦਰ ਜੀ ਸਰਕਾਰ ਦਾ ਮਹਿਜ਼ ਇੱਕ ਡਰਾਮਾ ਆ। ਇਸ ਗੱਲ ਨੂੰ ਟਪਾਉਣ ਦਾ ਯਤਨ, ਜਿਸ ਤਰੀਕੇ ਨਾਲ ਕਹਿੰਦੇ ਕਿ ਬਰਗਾੜੀ ਇਨਸਾਫ ਮੋਰਚਾ ਵੀ 2 ਹਿੱਸਿਆਂ ਵਿੱਚ ਵੰਡਿਆ ਗਿਆ, ਕੁਝ ਲੋਕ ਇਸ ਨੂੰ ਸਰਕਾਰ ਦੀ ਸਾਜ਼ਿਸ਼ ਦੱਸ ਰਹੇ, ਸਰਕਾਰ ਸਾਜ਼ਿਸ਼ ਚਲਾਉਣ ਦੇ ਵਿੱਚ ਸਫਲ ਹੋ ਗਈ ਆ। ਸੋ ਮੈਂ ਸਿੱਧੀ ਗੱਲ ਕਵਾਂ, ਮੈਂ ਕੰਵਰ ਵਿਜੇ ਪ੍ਰਤਾਪ ਦੇ ਮੈਂ ਉਹਦੇ ਸਥਿਤੀ ਨਾਲ ਮਤਲਬ ਪੂਰਨ ਤੌਰ ਤੇ ਸਹਿਮਤੀ ਆ ਕਿ ਇਨਸਾਫ ਸੁਖਵਿੰਦਰ ਜੀ ਨਹੀਂ ਜੇ ਮਿਲਣਾ, ਕਿਉਂਕਿ ਉਸ ਦਾ ਤਜਰਬਾ ਬੋਲਦਾ ਬਤੌਰ ਪੁਲਿਸ ਅਧਿਕਾਰੀ ਕਿ ਕਿਸ ਤਰੀਕੇ ਨਾਲ ਫੈਕਟਾਂ ਨੂੰ ਤੋੜ ਕੇ ਇਹ ਸਿਆਸਤਦਾਨ ਆਪਣੇ ਹਿੱਤਾਂ ਵਾਸਤੇ ਵਰਤਦੇ ਆ ਜੀ। ਤਾਂ ਅਣਖੀ ਸਾਹਿਬ, ਫਿਰ ਜੇ ਇਨਸਾਫ ਨਹੀਂ ਮਿਲਦਾ, ਜਿਸ ਤਰੀਕੇ ਨਾਲ ਕੁਲਤਾਰ ਸਿੰਘ ਸੰਧਵਾਂ ਕਹਿ ਗਏ ਆ ਕਿ ਅਸਤੀਫੇ ਦਾ ਇਸ਼ਾਰਾ ਕਰ ਗਏ ਆ, ਸਰਕਾਰ ਤੋਂ ਅਸੀਂ ਕਰਾਉਣਾ ਕੀ ਆ ਕਹਿ ਗਏ ਆ, ਜਿਸ ਤਰੀਕੇ ਨਾਲ ਕੰਵਰ ਵਿਜੇ ਪ੍ਰਤਾਪ ਬਾਰ-ਬਾਰ ਇਹ ਗੱਲ ਕਹਿ ਦਿੰਦੇ ਰਹੇ ਆ ਕਿ ਜੇ ਰਿਪੋਰਟ ਖਾਰਜ ਹੋ ਗਈ ਤਾਂ ਫਿਰ ਮੈਂ ਵਿਧਾਇਕੀ ਦਾ ਵੀ ਕੀ ਕਰਾਉਣਾ। ਉਹ ਕਹਿੰਦੇ ਕਿ ਮੈਂ IG ਦਾ ਅਹੁਦਾ ਛੱਡ ਕੇ ਆਇਆ, ਮੈਂ ਵਿਧਾਇਕੀ ਛੋਟੀ ਚੀਜ਼ ਆ, ਮੇਰੇ ਲਈ ਛੱਡਣੀ ਕੋਈ ਵੱਡੀ ਗੱਲ ਨਹੀਂ। ਤਾਂ ਉਹਨਾਂ ਨੇ ਵਾਰ-ਵਾਰ ਇਹ ਦਰਸਾਇਆ ਕਿ ਮੇਰੇ ਲਈ ਗੁਰੂ ਦਾ ਜਿਹੜਾ ਉਹ ਸਨਮਾਨ ਜ਼ਿਆਦਾ ਮਹੱਤਵ ਰੱਖਦਾ, ਮੇਰੇ ਲਈ ਇਨਸਾਫ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਆਦਾ ਮਹੱਤਵ ਰੱਖਦਾ। ਤਾਂ ਇਹੋ ਜਿਹੀ ਕੁਝ ਹੋਰ ਸਹਿਰਦ ਲੋਕ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਵਿਧਾਇਕ ਹੈਗੇ ਆ। ਤੇ ਜੇ ਇਨਸਾਫ ਨਹੀਂ ਮਿਲਦਾ ਤਾਂ ਕੀ ਲੱਗਦਾ ਕਿ ਫਿਰ ਇਹ ਵਿਧਾਇਕ, ਸਪੀਕਰ ਕੰਵਰ ਵਿਜੇ ਪ੍ਰਤਾਪ ਸਮੇਤ ਕੁਝ ਹੋਰ ਜਿਹੜੇ ਆ ਵਿਧਾਇਕ ਕੁਝ ਅਜਿਹਾ ਐਕਸ਼ਨ ਲੈ ਸਕਦੇ ਆ, ਅਜਿਹਾ ਕਦਮ ਚੱਕ ਸਕਦੇ ਆ, ਆਪਾਂ ਸਰਕਾਰ ਦੇ ਖਿਲਾਫ ਉਹਨੂੰ ਨਾ ਕਹੀਏ, ਗੁਰੂ ਦੇ ਹੱਕ ਦੇ ਵਿੱਚ ਆਪਾਂ ਇਹ ਕਹੀਏ, ਜਾਂ ਇਨਸਾਫ ਪਸੰਦ ਲੋਕਾਂ ਦੀ ਗੱਲ ਕਰੀਏ, ਤਾਂ ਕੀ ਅਜਿਹਾ ਕੋਈ ਕਦਮ ਚੱਕ ਸਕਦੇ ਆ ਜਿਹਦੇ ਨਾਲ ਸਰਕਾਰ ਨੂੰ ਕੋਈ ਵੱਡਾ ਨੁਕਸਾਨ ਹੋ ਸਕਦਾ? ਸੁਖਵਿੰਦਰ ਜੀ, ਬੜਾ ਇੰਟਰਸਟਿੰਗ ਸਵਾਲ ਹੈ। ਇਸ ਸਵਾਲ ਦੇ 2 ਹਿੱਸਿਆਂ 'ਚ ਜਵਾਬ ਦਾਂਗਾ, ਜਰਾ ਮੇਰੀ ਗੱਲ ਕੱਟਿਓ ਨਾ, ਜਰਾ ਸੁਣਨਾ। ਇਸ ਜਵਾਬ ਦਾ ਮੈਂ ਬਾਅਦ 'ਚ ਤੁਹਾਡੇ ਸਵਾਲ ਦਾ ਜਵਾਬ ਦਿੰਦਾ। ਪਹਿਲਾਂ ਮੈਂ ਇੱਕ ਸਥਿਤੀ ਬਿਆਨ ਲੱਗਾ ਕਰਨ ਜਿਹੜੀ ਤੁਸੀਂ ਵੀ ਅਕਸਰ ਕਰਦੇ ਹੁੰਦੇ ਜੀ। ਤੁਹਾਨੂੰ ਯਾਦ ਹੋਵੇਗਾ ਸੁਖਵਿੰਦਰ ਜੀ, ਬੜਾ ਹੀ ਇੱਕ ਚਰਚਿਤ ਬੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਾਜਨੀਤੀ, ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਵੀ ਕੱਖ ਨਾ ਰਵੇ, ਤੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਉਹਨਾਂ ਦਾ ਵੀ ਕੱਖ ਨਾ ਰਹੀ। ਤੇ ਸੁਖਵਿੰਦਰ ਜੀ, ਉਹਨਾਂ ਦੋਵਾਂ ਵਿਅਕਤੀਆਂ ਦਾ ਕਥਿਤ ਤੌਰ ਤੇ ਲੋਕਾਂ ਦੇ ਕਹਿਣ ਅਨੁਸਾਰ ਲੋਕਾਂ ਨੇ ਕਾਂਗਰਸ ਪਾਰਟੀ ਦਾ ਵੀ ਹਸ਼ਰ ਵੇਖ ਲਿਆ ਤੇ ਅਕਾਲੀ ਦਲ ਦਾ ਵੀ ਹਸ਼ਰ ਵੇਖ ਲਿਆ, ਤੇ ਹੁਣ ਤੀਜੀ ਪਾਰਟੀ ਜਿਹੜੀ ਇਹ ਆਈ ਹੈ, ਜਿਹਦੀ ਸਰਕਾਰ ਇਸ ਵੇਲੇ ਸੱਤਾ 'ਚ ਆ, ਜਿਸ ਪਾਰਟੀ ਦੀ, ਇਹ ਵੀ ਪਾਰਟੀ ਨੇ ਬੜੇ ਦਮਗਜੇ ਮਾਰੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਕਰ ਦੇਣਾ। ਤਾਂ ਲੋਕਾਂ ਨੂੰ ਇੱਕ ਆਸ ਸੀ ਇਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੇਅਦਬੀਆਂ ਦੇ ਨਾਂ ਤੇ ਰਾਜਨੀਤੀ ਤਾਂ ਆਪਣੇ ਸੁਖਵਿੰਦਰ ਜੀ ਕੀਤੀ ਹੈ ਨਾ, ਤਾਂ ਫਿਰ ਗੁਰੂ ਮਹਾਰਾਜ ਤਾਂ ਫਿਰ ਇਨਸਾਫ ਆਪੇ ਹੀ ਕਰ ਲੈਣਗੇ, ਉਹ ਇਨਸਾਫ ਲੈਣ ਦੇ ਸਮਰੱਥ ਹੈਗੇ ਨੇ। ਇਹ ਇੱਕ ਇਸ਼ਾਰਾ ਕਿ ਕੀ ਹੋ ਸਕਦਾ। ਹੁਣ ਸਿੱਧੇ ਸ਼ਬਦਾਂ 'ਚ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ। ਸੁਖਵਿੰਦਰ ਜੀ, ਤੁਸੀਂ ਕੁਲਤਾਰ ਸਿੰਘ ਸੰਧਵਾਂ ਦੀ ਗੱਲ ਕਰ ਰਹੇ ਜੇ, ਤੁਸੀਂ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰ ਰਹੇ ਜੇ, ਤੇ ਕੁਝ ਸਹਿਰਦ ਹੋਰ 10-15 ਲੋਕਾਂ ਦੀ ਗੱਲ ਕਰ ਰਹੇ ਨੇ ਕਿ ਮੰਨ ਲਓ ਕਿ ਉਹ ਕਿਸੇ ਤਰੀਕੇ ਦਾ ਕਦਮ ਪੁੱਟਦੇ ਆ, ਸਰਕਾਰ ਜਿਹੜੀ ਆ ਉਹ ਖਤਰੇ 'ਚ ਆ ਜਾਂਦੀ ਹੈ, ਸਰਕਾਰ ਦੀ ਸਥਿਤੀ ਵਿਗੜ ਸਕਦੀ ਆ। ਸੁਖਵਿੰਦਰ ਜੀ, ਬਿਲਕੁਲ ਇਹ ਗੱਲ ਤੁਸੀਂ ਠੀਕ ਕਹੀ ਆ। ਇਹ ਜਿਹੜੀ ਸਰਕਾਰ ਹੈ, ਇਸ ਨੂੰ ਇੱਕ ਬਹੁਤ ਤਕੜਾ ਇੱਕ ਵਹਿਮ ਤੇ ਆਤਮ ਵਿਸ਼ਵਾਸ ਆ ਕਿ ਸਾਡੇ ਕੋਲ 92 ਸੀਟਾਂ ਨੇ ਤੇ ਸਾਡਾ ਪੂਰਨ ਬਹੁਮਤ ਆ ਤੇ ਸਾਨੂੰ ਕੋਈ ਹਿਲਾ ਨਹੀਂ ਸਕਦਾ, ਕਿੰਨੇ ਕੁ ਵੀ ਚਲੇ ਜਾਣ। ਪਰ ਸੁਖਵਿੰਦਰ ਜੀ, ਇੱਕ ਨੀ ਕੰਧ ਆ ਨਾ, ਕੰਧ ਦੇ ਵਿੱਚੋਂ ਤੁਸੀਂ ਇੱਕ ਇੱਟ ਬਾਹਰ ਕੱਢ ਲਓ ਤਾਂ ਉਹ ਜਿਹੜੀ ਫਿਰ ਕੰਧ ਆ ਉਹ ਮਨਾਟ ਡਿੱਗਦਿਆਂ ਮਿੰਟ ਨਹੀਂ ਲੱਗਦਾ। ਤੇ ਖਾਸ ਤੌਰ ਤੇ ਇਹੋ ਜਿਹੇ ਮੁੱਦੇ ਦੇ ਉੱਤੇ ਜਦੋਂ ਇੱਕ ਗੈਰ ਸਿੱਖ ਵਿਅਕਤੀ, ਮਾਫ ਕਰਦਾ ਇਹ ਕਹਿਣਾ ਨਹੀਂ ਮੈਨੂੰ ਚਾਹੀਦਾ, ਇੱਕ ਗੈਰ ਸਿੱਖ, ਇੱਕ ਗੈਰ ਪੰਜਾਬੀ ਜੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ, ਬੇਅਦਬੀਆਂ ਦੇ ਮੁੱਦੇ ਦੇ ਉੱਤੇ ਗੋਲੀ ਕੱਢ
ਇਦਾਂ ਨਾ ਕਹੋ। ਉਹਨੇ ਵਾਰ-ਵਾਰ ਇਹ ਗੱਲ ਕਹੀ ਹੈ ਅੱਜ ਕੁੰਵਰ ਵਿਜੇ ਪ੍ਰਤਾਪ ਨੇ ਠੋਕ ਕੇ ਕਿ ਮੈਨੂੰ ਵਾਰ-ਵਾਰ ਗੈਰ ਸਿੱਖ ਕਿਹਾ ਜਾਂਦਾ ਹੈ। ਮੈਨੂੰ ਵਾਰ-ਵਾਰ ਉਹਨਾਂ ਨੇ ਇਹ ਗੱਲ ਕਹੀ ਉੱਥੇ ਬੋਲ ਕੇ ਕਿ ਮੈਨੂੰ ਗੈਰ ਸਿੱਖ ਨਾ ਕਿਹਾ ਜਾਵੇ। ਮੈਨੂੰ ਗੈਰ ਸਿੱਖ ਕਹਿੰਦੇ ਨਾ ਕਹੋ, ਮੈਨੂੰ ਅੱਜ ਤੋਂ ਬਾਅਦ ਕਿਸੇ ਨੇ ਗੈਰ ਸਿੱਖ ਨਹੀਂ ਕਹਿਣਾ। ਕਹਿੰਦੇ ਸਿੱਖ ਬਣਨ ਵਾਸਤੇ ਧਰਮ ਪਰਿਵਰਤਨ ਕਰਨ ਦੀ ਜ਼ਰੂਰਤ ਨਹੀਂ। ਜਿਹੜਾ ਹੱਕ ਸੱਚ ਦੀ ਲੜਾਈ ਲੜੇ, ਜੋ ਲੜੇ ਦੀਨ ਕੇ ਹੇਤ, ਉਹੀ ਸਿੱਖ ਹੈ। ਉਹ ਕਹਿੰਦੇ ਮੈਂ ਸੁਖਵਿੰਦਰ ਜੀ, ਮੈਂ ਲੋਕਾਂ ਦੇ ਹੀ ਗੱਲ ਕਰਨ ਲੱਗਾ। ਮੈਂ ਲੋਕਾਂ ਦੇ ਕਹਿਣ ਅਨੁਸਾਰ ਜਿਸ ਤਰੀਕੇ ਨਾਲ ਉਹਨਾਂ ਨੂੰ ਲੋਕ ਕਹਿ ਕੇ ਕਹਿੰਦੇ ਨੇ, ਮੈਂ ਉਸ ਆਧਾਰ ਤੇ ਗੱਲ ਕਰ ਰਿਹਾ ਸਾਂ। ਉਹ ਤਾਂ ਜਵਾਬ ਦੇ ਦਿੱਤਾ। ਚਲੋ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਮੈਂ ਲੋਕਾਂ ਵੱਲੋਂ ਕਹਿ ਰਿਹਾ ਕਿ ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਬੰਦਾ ਇਸ ਮੁੱਦੇ ਦੇ ਉੱਤੇ ਅਸਤੀਫਾ ਦੇ ਦਿੰਦਾ ਤਾਂ ਫਿਰ ਸੁਖਵਿੰਦਰ ਜੀ ਉਹ ਇੱਟਾਂ ਉਸ ਮਨਾਰ ਦੀਆਂ ਤੁਸੀਂ ਵੇਖਣਾ ਸਹੀ ਕਿਸ ਤਰੀਕੇ ਨਾਲ ਤੜਾਤੜ ਡਿੱਗਣਗੀਆਂ। ਤਾਂ ਹੋ ਸਕਦਾ ਕਿ ਫਿਰ ਇਸ ਮੁੱਦੇ ਤੇ ਹੀ ਸਰਕਾਰ ਟੁੱਟ ਜਾਵੇ, ਕਿਉਂਕਿ ਅੰਦਰ ਤਾਂ ਬਹੁਤ ਕੁਝ ਇਹੋ ਜਿਹਾ ਚੱਲਦਾ ਪਿਆ ਤੇ ਅਜੇ ਇਸ ਵੇਲੇ ਤੱਕ ਪੰਜਾਬ ਦੀ ਮੌਜੂਦਾ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਇਹਦੇ ਵਿੱਚ ਲੋਕਾਂ ਨੂੰ ਭਗਵੰਤ ਮਾਨ ਤੋਂ ਬਾਅਦ ਸ਼ਾਇਦ ਕੋਈ ਲੀਡਰ ਲੱਭਦਾ ਹੋਵੇ ਇਮਾਨਦਾਰ ਜਾਂ ਇੱਕ ਖੜਕੇ ਵਾਲਾ ਜਾਂ ਦੜਕੇ ਵਾਲਾ। ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਆ, ਲੋਕ ਹਮੇਸ਼ਾ ਪੰਜਾਬ ਦੇ ਉਸ ਵਿਅਕਤੀ ਨੂੰ ਪਸੰਦ ਕਰਦੇ ਆ ਜਿਹੜੀ ਖੜਵੀਂ ਬੋਲੀ ਜਾਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੋਵੇ। ਇਸ ਪਾਰਟੀ ਦੇ ਵਿੱਚ ਤਾਂ ਫਿਰ ਭਗਵੰਤ ਸਿੰਘ ਮਾਨ ਤੋਂ ਬਾਅਦ ਫਿਰ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਹੀ ਨਾਂ ਆਊਗਾ, ਜਿਹੜਾ ਇਸ ਮੁੱਦੇ ਤੇ ਅਸਤੀਫਾ ਦੇ ਕੇ, ਮੰਨ ਲਓ ਅਸਤੀਫਾ ਦੇ ਦਿੰਦਾ, ਤਾਂ ਫਿਰ ਉਹ ਮਨਾਰ ਕਿਸ ਤਰ੍ਹਾਂ ਡਿੱਗਦਾ ਤਾਂ ਕਿੰਨੇ ਕਤਾਰ ਜਿਹੜੀ ਲਾਈਨ ਆ ਉਸੇ ਤਰੀਕੇ ਨਾਲ ਮਗਰ ਲੱਗੇਗੀ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਮਗਰ ਲੈਣ ਜਿਹੜੀ ਸੀ ਉਹਦੇ ਵਿਧਾਇਕਾਂ ਦੀ ਆਪਣੀ ਹੀ ਪਾਰਟੀ ਦੇ ਬੰਦਿਆਂ ਦੀ ਲੱਗ ਗਈ ਸੀ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਖੀਰ ਤੱਕ ਪਤਾ ਨਹੀਂ ਸੀ ਲੱਗਾ ਕਿ ਮੇਰੇ ਨਾਲ ਬਣ ਕੀ ਗਿਆ। ਉਹਨੂੰ ਉਦੋਂ ਹੀ ਪਤਾ ਲੱਗਾ ਕਿ ਜਦੋਂ CLP ਨੇ ਉੱਥੇ ਦਿੱਲੀ ਮੀਟਿੰਗ ਸੱਦ ਲਈ ਉਹਨੇ ਚੁੱਪ ਕਰਕੇ ਅਸਤੀਫਾ ਦੇ ਦਿੱਤਾ। ਸੋ ਇੱਕ ਇੱਟ ਹੀ ਕਾਫੀ ਹੁੰਦੀ ਹੈ ਮਨਾਰ ਨੂੰ ਡਿੱਗਣ ਦੇ ਵਿੱਚ, ਜਿਸ ਤਰ੍ਹਾਂ ਇੱਟ ਨਵਜੋਤ ਸਿੰਘ ਸਿੱਧੂ ਦੀ ਨਿਕਲੀ। ਜੇਕਰ ਕੰਵਰ ਵਿਜੇ ਪ੍ਰਤਾਪ ਨੇ ਇਸ ਮੁੱਦੇ ਦੇ ਉੱਤੇ ਆਣ ਕੇ ਅਜਿਹਾ ਕੋਈ ਫੈਸਲਾ ਕਰ ਲਿਆ, ਕੁਲਤਾਰ ਸਿੰਘ ਸੰਧਵਾ ਵੀ ਹੁਣ ਇਸ ਸਥਿਤੀ 'ਚ ਫਸ ਗਏ ਨੇ। ਵਿਧਾਨ ਸਭਾ ਦੇ ਬਤੌਰ ਸਪੀਕਰ 'ਚ ਭੂਮਿਕਾ ਨਿਭਾਉਣ ਦੀ ਗੱਲ ਅਲੱਗ ਹੁੰਦੀ ਆ, ਜਦੋਂ ਪਰੇ ਦੇ ਵਿੱਚ ਬੈਠ ਕੇ ਤੁਸੀਂ ਗੱਲ ਕਰਦੇ ਜੇ ਸੁਖਵਿੰਦਰ ਜੀ, ਤਾਂ ਫਿਰ ਤੁਹਾਡੀ ਜ਼ਬਾਨ ਦਾ, ਤੁਹਾਡੀ ਫਿਰ ਦਸਤਾਰ ਦਾ, ਤੇ ਫਿਰ ਤੁਹਾਡੀ ਕਹਿਣੀ ਤੇ ਤੁਹਾਡੀ ਕਥਨੀ ਦੇ ਲੋਕਾਂ ਨੇ ਉਹ ਵਾਚਣਾ ਹੁੰਦਾ। ਉਥੇ ਇਹ ਨਹੀਂ ਹੁੰਦਾ ਕਿ ਹਾਂ ਭਈ ਇਹ ਲਾਈਨ ਜਿਹੜੀ ਆ ਰਿਕਾਰਡ ਚੋਂ ਕੱਢ ਦੋ, ਇਹ ਲਾਈਨ ਰਿਕਾਰਡ 'ਚ ਸ਼ਾਮਲ ਕਰ ਲਓ। ਉਥੇ ਇਹ ਨਹੀਂ, ਫਿਰ ਲੋਕਾਂ ਨੇ ਕਹਿਣਾ ਕਿ ਗੁਰੂ ਦੀ ਕਚਹਿਰੀ 'ਚ ਤੁਸੀਂ ਇਹ ਗੱਲ ਕਹੀ ਆ ਕਿ 1.5 ਮਹੀਨੇ ਦਾ ਆਓ, ਜਾਂ ਫਿਰ ਉਧਰ ਹੋ ਜਾਓ, ਜਾਂ ਫਿਰ ਉਧਰ ਹੋ ਜਾਓ। ਸੁਖਵਿੰਦਰ ਜੀ, ਇਹ ਜਿਹੜਾ 1.5 ਮਹੀਨਾ ਬਾਦਲ ਪਰਿਵਾਰ ਵਾਸਤੇ, ਭਗਵੰਤ ਸਿੰਘ ਮਾਨ ਵਾਸਤੇ, ਕੁਲਤਾਰ ਸਿੰਘ ਸੰਧਵਾ ਵਾਸਤੇ ਤੇ ਕੰਵਰ ਵਿਜੇ ਪ੍ਰਤਾਪ ਵਾਸਤੇ, ਸਾਰਿਆਂ ਵਾਸਤੇ ਇੱਕ ਅਗਨੀ ਪ੍ਰੀਖਿਆ ਦਾ ਦੌਰ ਹੋਏਗਾ। ਤੇ ਇਸ ਅਗਨੀ ਪ੍ਰੀਖਿਆ ਦੇ ਵਿੱਚ ਜਿਹੜਾ ਵੀ ਬੰਦਾ ਚਮਕੂਗਾ ਉਹ ਫਿਰ ਕੁੰਦਨ ਬਣ ਕੇ ਚਮਕੂਗਾ, ਸੁਆਹ ਨਹੀਂ ਹੋਏਗਾ ਜਿਹੜਾ ਹੱਕ ਮੈਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਦੇ ਵਾਸਤੇ ਤਾਂ ਆਪਾਂ ਨਾ ਕਹੀਏ, ਉਹ ਤਾਂ ਲਗਾਤਾਰ ਹੀ ਅਗਨੀ ਪ੍ਰੀਖਿਆ ਦੇ ਵਿੱਚੋਂ ਹੀ ਲੰਘ ਰਹੇ ਆ ਔਰ ਉਹ ਆਲਰੇਡੀ ਚਮਕ ਰਹੇ ਆ। ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਉਹ ਚਮਕ ਹੀ ਰਹੇ ਆ। ਅੱਜ ਦੇਖੋ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਬੋਲ ਰਹੇ ਸੀ ਤਾਂ ਜੇ ਕਿਸੇ ਲੋਕਾਂ ਨੇ ਉੱਥੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇੰਨਾ ਸਮਾਂ ਕਿਉਂ ਦਿੱਤਾ ਜਾ ਰਿਹਾ ਬੋਲਣ ਦਾ, ਕੁੰਵਰ ਵਿਜੇ ਪ੍ਰਤਾਪ ਨੂੰ ਇੰਨਾ ਸਮਾਂ ਕਿਉਂ ਬੋਲਣ ਦਿੱਤਾ ਜਾ ਰਿਹਾ, ਤਾਂ ਉੱਥੇ ਕੁਝ ਲੋਕ ਜਿਹੜੇ ਬੈਠੇ ਸੀ, ਸਿੰਘ ਬੈਠੇ ਹੋਏ ਸੀਗੇ ਜਾਂ ਸੰਗਤ ਉੱਥੇ ਬੈਠੀ ਹੋਈ ਸੀ, ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਉਸ ਬੰਦੇ ਨੂੰ ਹੀ ਮੌਕਾ ਮਿਲਣਾ ਚਾਹੀਦਾ ਹੈ ਜਿਹੜਾ ਬੰਦਾ ਇਸ ਮੁੱਦੇ ਤੇ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਕੁੰਵਰ ਵਿਜੇ ਪ੍ਰਤਾਪ ਤੋਂ ਵਧੀਆ ਬੰਦਾ ਕੋਈ ਅਜਿਹਾ ਕੋਈ ਹੈ ਨਹੀਂ। ਉੱਥੇ ਸਾਰਿਆਂ ਨੇ ਕੁੰਵਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ ਖੜ੍ਹ ਕੇ ਗਵਾਹੀ ਭਰੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਖੁੱਲ੍ਹਾ ਸਮਾਂ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਖੁੱਲ੍ਹਾ ਸਮਾਂ ਮਿਲਿਆ ਵੀ ਹੈ। ਔਰ ਮੈਨੂੰ ਲੱਗਦਾ ਹੈ ਕਿ ਬਾਕੀ ਸਾਰਿਆਂ ਵਾਸਤੇ ਕੋਈ ਮੁਸ਼ਕਿਲ ਦੀ ਘੜੀ ਹੋ ਸਕਦੀ ਹੈ, ਸਰਕਾਰ ਵਾਸਤੇ, ਬਾਦਲ ਪਰਿਵਾਰ ਵਾਸਤੇ, ਭਗਵੰਤ ਸਿੰਘ ਮਾਨ ਵਾਸਤੇ, ਪੂਰੀ ਸਰਕਾਰ ਵਾਸਤੇ, ਪਾਰਟੀ ਵਾਸਤੇ ਹੋ ਸਕਦੀ ਹੈ, ਪਰ ਕੁੰਵਰ ਵਿਜੇ ਪ੍ਰਤਾਪ ਤੇ ਮੈਨੂੰ ਲੱਗਦਾ ਹੈ ਕਿ ਲੋਕ ਅੱਜ ਵੀ ਜਿਹੜੇ ਆ ਉਹ ਬੜੇ ਭਰੋਸੇ ਲੈ ਕੇ ਬੈਠੇ ਹੋਏ ਆ। ਔਰ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਛਵੀ ਹੈ ਉਹ ਲੋਕਾਂ ਦੇ ਅੰਦਰ ਹੋਰ ਕਿਸਮ ਦੀ ਜਿਹੜੀ ਹੈ ਉਹ ਬਣੀ ਹੋਈ ਹੈ। ਕੁੰਵਰ ਵਿਜੇ ਪ੍ਰਤਾਪ ਮੈਨੂੰ ਲੱਗਦਾ ਆਲਰੇਡੀ ਅਗਨੀ ਪ੍ਰੀਖਿਆ ਦੇ ਵਿੱਚੋਂ ਲੰਘ ਕੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸੋਨਾ ਜਿਹੜੇ ਆ ਉਹ ਮੈਨੂੰ ਲੱਗਦਾ ਬਣ ਚੁੱਕੇ ਆ। ਬਿਲਕੁਲ ਸੁਖਵਿੰਦਰ ਜੀ, ਮੈਂ ਇੱਕ ਜਰਨਲ ਉਹ ਗੱਲ ਚਲੋ ਆਪਾਂ ਕਰ ਰਹੇ ਹਾਂ ਤਾਂ ਗੱਲ ਹੋ ਜਾਂਦੀ ਆ। ਮੈਂ ਜੇਕਰ ਕੰਵਰ ਵਿਜੇ ਪ੍ਰਤਾਪ ਦੀ ਸ਼ਖਸੀਅਤ ਦਾ ਕਿਸੇ ਨਾਲ ਕੰਪੈਰੀਟਿਵ ਕਰਾਂ ਤਾਂ ਇੱਕ ਵਿਅਕਤੀ ਉਹ ਮੈਨੂੰ ਯਾਦ ਆਉਂਦਾ, ਅਕਾਲੀ ਦਲ ਦੇ ਜੋ ਸਿਆਸਤਦਾਨ, ਇਹ ਯੋਗੀ ਅਕਾਲੀ ਦਲ ਦੀ, ਮੈਂ ਪੁਰਾਣੀ ਅਕਾਲੀ ਦਲ 'ਚ ਲੱਗਾ ਗੱਲ ਕਰਨ, ਇੱਕ ਵਜ਼ੀਰ ਦੀ ਕਹਿੰਦੇ ਗੱਲ ਆ ਕਿ ਪਤਾ ਲੱਗਾ ਕਿ ਸਰਕਾਰ ਟੁੱਟ ਗਈ ਹੈ। ਤਾਂ ਉਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਥੋੜੀ ਸੀ, ਕਾਂਗਰਸ ਸਰਕਾਰ ਦੇ, ਦਿੱਲੀ ਦੀ ਸਰਕਾਰ ਦੀ, 1980 ਤੋਂ ਪਹਿਲਾਂ ਦੀ ਗੱਲ ਆ। ਮੈਨੂੰ ਨਾਮ ਮੇਰਾ ਖਿਆਲ ਭੁੱਲ ਗਿਆ, ਜਥੇਦਾਰ ਦਲੀਪ ਸਿੰਘ ਸੀ ਕੋਈ ਇਸ ਤਰ੍ਹਾਂ ਦਾ ਨਾਮ। ਤਾਂ ਕਹਿੰਦੇ ਕਿ ਉਹਨਾਂ ਨੂੰ ਲੁਧਿਆਣੇ ਦੇ ਲਾਗੇ ਪਤਾ ਲੱਗਾ
ਕਿ ਆਪਣੀ ਸਰਕਾਰ ਟੁੱਟ ਗਈ ਆ। ਫੋਨ ਫਾਨ ਤਾਂ ਉਦਾਂ ਚਿਰ ਹੁੰਦੇ ਨਹੀਂ, ਕਿਸ ਤਰੀਕੇ ਨਾਲ ਪਤਾ ਲੱਗਾ ਕਿ ਸਰਕਾਰ ਚਲੇਗੀ ਤੇ ਗੱਡੀ 'ਚ ਹੀ ਤਾਂ ਕਹਿੰਦੇ ਉਸੇ ਵੇਲੇ ਬੰਦਾ ਗੱਡੀ 'ਚੋਂ ਉਤਰਿਆ ਤੇ ਉਹਨੂੰ ਡਰਾਈਵਰ ਨੂੰ ਕਹਿੰਦਾ ਚੰਗਾ ਡਰਾਈਵਰ ਸਾਹਿਬ ਚਲੋ ਤੁਸੀਂ ਆਪਣਾ ਗੱਡਾ ਸਾਹਿਬ ਪਿੱਛੇ ਆ ਰਿਹਾ ਤੇ ਆਪਾਂ ਪਿੰਡ ਨੂੰ ਚੱਲੇ ਆ। ਇਹੋ ਜਿਹੇ ਵਿਅਕਤੀਆਂ ਦੀ ਤੁਲਨਾ ਅੱਜ ਵੀ ਹੈਗੀ ਹੈ ਜਿਹੜੀ ਖਬਰ ਵਿਜੇ ਪ੍ਰਤਾਪ ਦੇ ਵਿੱਚ ਦਿਖਾਈ ਦਿੰਦੀ ਆ, ਜਿਹਨੂੰ ਨਾ ਤਾਂ ਕੁਰਸੀ ਦਾ ਮੋਹ ਆ, ਨਾ ਵਿਧਾਇਕੀ ਨਾਲ ਮੋਹ ਆ ਤੇ ਨਾ ਹੀ ਕਿਸੇ ਮੰਤਰੀਸ਼ਿਪ ਲੈਣ ਦੀ ਚਾਹ। ਤਾਂ ਅਗਲਾ ਬੰਦਾ ਜੇ ਸਿਧਾਂਤਾਂ ਦੀ ਲੜਾਈ ਲੜਦਾ ਪਿਆ ਤੇ ਠੀਕ ਆ, ਫਿਰ ਰਸਤੇ ਦੇ ਵਿੱਚ ਜੋ ਆਵੇ ਅੱਗੇ। ਹੁਣ ਉਹਨਾਂ ਕੋਲ ਗਵਾਉਣ ਨੂੰ ਜਾਂ ਸਮਰਪਿਤ ਕਰਨ ਨੂੰ ਉਹਨਾਂ ਕੋਲ ਚੀਜ਼ ਨਹੀਂ ਹੈਗੀ ਕਿ ਮੈਂ ਇਸ ਚੀਜ਼ ਦਾ ਉਹਨੂੰ ਗਮ ਆ ਜਾਂ ਕਿਸੇ ਚੀਜ਼ ਦਾ ਦੁੱਖ ਆ। ਉਹਨਾਂ ਨੇ ਇੰਨੀ ਗੱਲ ਕਹੀ ਕਿ ਮੈਂ IG ਦਾ ਉਹਦਾ ਤਿਆਗਿਆ, ਪਰ ਇਸ ਗੱਲ ਤੇ ਜੋ ਬੇਅਦਬੀ ਦਾ ਇਨਸਾਫ ਨਹੀਂ ਹੋਇਆ ਤਾਂ ਇਸ ਮੁੱਦੇ ਤੇ ਮੈਂ ਵਿਧਾਇਕੀ ਵੀ ਛੱਡ ਦਿੰਦਾ। ਔਰ ਇਹ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਨਹੀਂ ਕਹੀ, ਇਹ ਗੱਲ ਉਹਨਾਂ ਨੇ ਮੰਤਰੀ ਨੂੰ ਨਹੀਂ ਕਹੀ, ਇਹ ਗੱਲ ਉਹਨਾਂ ਨੇ ਭਗਵੰਤ ਸਿੰਘ ਮਾਨ ਨੂੰ ਨਹੀਂ ਕਹੀ, ਉਹਨਾਂ ਨੇ ਗੁਰੂ ਦੀ ਕਚਹਿਰੀ ਵਿੱਚ ਖਲੋ ਕੇ ਗੱਲ ਕਹੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਸੀ। ਤਾਂ ਸੁਖਵਿੰਦਰ ਜੀ ਫਿਰ ਇਹ ਗੱਲਾਂ ਬੜੀਆਂ ਮਹੱਤਵ। ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਕਿਉਂਕਿ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਕਿ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਝੂਠ ਬੋਲਦੇ ਆ ਉਹ ਨਾ ਇੱਥੇ ਬਖਸ਼ੇ ਜਾਂਦੇ ਆ ਤੇ ਨਾ ਉੱਪਰ ਬਖਸ਼ੇ ਜਾਂਦੇ ਆ। ਕਹਿੰਦੇ ਕੁਲਤਾਰ ਸੰਧਵਾ ਤਾਂ ਇਹੋ ਜਿਹੀ ਗੱਲ ਨਹੀਂ ਕਰੂਗਾ, ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਵਾਅਦਾ ਕਰਕੇ ਗਏ ਆ। ਔਰ ਕੀ ਲੱਗਦਾ ਕਿ 1.5 ਮਹੀਨੇ ਦੇ ਵਿੱਚ ਜੇ ਇਨਸਾਫ ਨਹੀਂ ਮਿਲਦਾ ਤਾਂ ਮੁਸ਼ਕਲਾਤਾਂ ਤਾਂ ਫਿਰ ਹੈਗੀਆਂ ਸਰਕਾਰ ਦੇ ਲਈ। ਤਾਂ ਜਿਵੇਂ ਤੁਸੀਂ ਐਟਰਨਿਕਲ ਦੀ ਗੱਲ ਕੀਤੀ ਹੈ, ਲੱਗਦਾ ਕਿ 1.5 ਮਹੀਨੇ ਬਾਅਦ ਕੁਝ ਸਥਿਤੀਆਂ ਜਿਹੜੀਆਂ ਉਹ ਬਦਲਣਗੀਆਂ ਸਰਕਾਰ ਵਾਸਤੇ। ਸੁਖਵਿੰਦਰ ਜੀ ਬਦਲਣੀਆਂ ਤੇ ਚਾਹੀਦੀਆਂ। ਤੁਸੀਂ ਅੱਜ ਦੇਖ ਲਓ ਇਨਸਾਫ ਨਾ ਮਿਲਣ ਦੀ ਗੱਲ ਇਸ ਕਰਕੇ ਵਾਰ-ਵਾਰ ਕਰ ਰਹੇ ਹਾਂ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਜੀ ਨੇ ਇਸ ਪੂਰੇ ਜਾਂਚ ਨੂੰ ਚੰਗੇ ਤਰੀਕੇ ਦੇ ਨਾਲ ਘੋਖਿਆ, ਪੜਤਾਲਿਆ, ਜਾਂਚਿਆ ਤੇ ਉਹ ਵਾਰ-ਵਾਰ ਇਹ ਗੱਲ ਕਹਿ ਕੇ ਗਏ ਆ ਕਿ ਇਨਸਾਫ ਨਹੀਂ ਮਿਲਣਾ ਤੇ ਉਹ ਵਾਰ-ਵਾਰ ਇਹ ਗੱਲ ਕਹਿ ਕੇ ਗਏ ਆ ਤੇ ਇਹਨਾਂ ਨੇ ਸਿਰਫ 1.5 ਮਹੀਨੇ ਦਾ ਸਮਾਂ ਮੰਗ ਲਿਆ। ਤੇ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿ ਲੱਗਦਾ ਕਿ ਸਥਿਤੀਆਂ ਬਦਲਣਗੀਆਂ। ਸੁਖਵਿੰਦਰ ਜੀ ਸਥਿਤੀਆਂ ਬਦਲਣ ਵਾਲੀ ਗੱਲ ਤਾਂ ਨਹੀਂ ਲੱਗਦੀ, ਪਰ ਭਗਵੰਤ ਸਿੰਘ ਮਾਨ ਵਾਸਤੇ ਸਥਿਤੀਆਂ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਮੁਸ਼ਕਲ ਭਰੀਆਂ ਹੋ ਸਕਦੀਆਂ। ਤਾਂ ਹੁਣ ਉਹਨਾਂ ਨੂੰ ਕੋਈ ਨਾ ਕੋਈ ਸਟੈਂਡ ਤਾਂ ਲੈਣਾ ਪਏਗਾ। ਸਟੈਂਡ ਹੁਣ ਲੈਂਦੇ ਕੀ ਹੈ? ਕੀ ਬਾਦਲ ਪਰਿਵਾਰ ਨੂੰ ਹੱਥ ਪਾਉਂਦੇ ਆ? ਬਾਦਲ ਪਰਿਵਾਰ ਨੂੰ ਜੇਕਰ ਹੱਥ ਪਾ ਕੇ ਅੰਦਰ ਡੱਕਦੇ ਆ ਤਾਂ ਕੀ ਬਾਦਲ ਪਰਿਵਾਰ ਫਿਰ 10-15 ਦਿਨਾਂ 'ਚ ਜ਼ਮਾਨਤ ਕਰਾ ਕੇ ਬਾਹਰ ਨਿਕਲ ਜੂਗਾ? ਨੰਬਰ 1। ਤੇ ਕੀ ਜੇਕਰ ਇਹੋ ਜਿਹਾ ਡਰਾਮਾ ਪੰਜਾਬ ਦੇ ਮੰਚ ਤੇ ਉੱਤੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੇਡਿਆ ਜਾਂਦਾ, ਮੈਂ ਡਰਾਮਾ ਕਹਿ ਰਿਹਾ, ਕੀ ਖੇਡਿਆ ਜਾਂਦਾ, ਕੀ ਇਹ ਲੋਕਾਂ ਨੂੰ ਆਪਣੇ ਨਾਲ ਜਾਂ ਲੋਕਾਂ ਨੂੰ ਭਰੋਸੇ ਵਿੱਚ ਲੈ ਸਕੂਗਾ? ਕੀ ਇਹੋ ਜਿਹੇ ਡਰਾਮੇ ਦੇ ਉੱਤੇ ਲੋਕ ਯਕੀਨ ਕਰਨਗੇ? ਪ੍ਰਸ਼ਨ ਤਾਂ ਇਹ ਆ। ਤਾਂ ਕਿਉਂ ਪ੍ਰਸ਼ਨ ਤਾਂ ਮੈਂ ਇਹ ਪੈਦਾ ਕੀਤਾ ਕਿਉਂ ਸੁਖਵਿੰਦਰ ਜੀ ਸਰਕਾਰ ਨੇ ਇਹ ਵਾਅਦਾ ਕੀਤਾ ਕਿ 24 ਘੰਟਿਆਂ ਦੇ ਅੰਦਰ 7 ਮਹੀਨੇ ਬੀਤ ਗਏ, ਹੋਇਆ ਅਜੇ ਕੱਖ ਨਹੀਂ। ਅਜੇ ਵੀ SIT ਦਾ ਜਿਹੜਾ ਜਲਜਲਾ ਉਹ ਚਲਾਇਆ ਜਾ ਰਿਹਾ, ਉਹਨਾਂ ਦਾ ਭਰਮ ਫੈਲਾ ਕੇ ਇਨਕੁਆਇਰੀ ਜਿਹੜੀ ਕੀਤੀ ਜਾਂਦੀ ਹੈ, ਕਿੰਨੀ ਕੁ ਵਾਰੀ ਇਨਕੁਆਇਰੀ ਹੋਣੀ ਹੈ? ਜੇਕਰ ਇੱਕ ਵਾਰੀ ਲੋਕ, ਪੰਜਾਬ ਦੇ ਲੋਕ ਸੁਖਵਿੰਦਰ ਜੀ ਇਹੋ ਚਾਹੁੰਦੇ ਆ ਕਿ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹ ਸਾਹਮਣੇ ਆਉਣ, ਤੇ ਲੋਕਾਂ ਨੇ ਨਾਮ ਵੀ ਲਿਆ। ਕਈ ਕਥਿਤ ਤੌਰ ਤੇ ਬਾਦਲ ਪਰਿਵਾਰ ਦਾ ਲੋਕ ਨਾਮ ਲੈਂਦੇ ਆ ਕਿ ਇਹ ਜ਼ਿੰਮੇਵਾਰ ਨੇ, ਅਸੀਂ ਨਹੀਂ ਕਹਿ ਰਹੇ, ਲੋਕ ਕਹਿੰਦੇ ਨੇ, ਬਰਗਾੜੀ ਮੋਰਚੇ 'ਚ ਲੋਕਾਂ ਨੇ ਕਿਹਾ, ਸ਼ਰੇਆਮ ਇੰਨੀ ਗੱਲ ਕਹੀ। ਤਾਂ ਸੁਖਵਿੰਦਰ ਜੀ ਫਿਰ ਭਗਵੰਤ ਮਾਨ ਨੂੰ ਨਿੱਤਰਖੇ ਇਸ ਗੱਲ ਦੇ ਵਿੱਚ ਫੈਸਲਾ ਕਰਨਾ ਪਏਗਾ ਕਿ ਉਸਨੇ ਸਰਕਾਰ ਬਚਾਉਣੀ ਆ ਜਾਂ ਰਾਜਨੀਤਿਕ ਸੰਬੰਧ ਅਪਣਾਉਣੇ ਆ, ਉਹਨਾਂ ਨੂੰ ਬਣਾਉਣਾ, ਜਾਂ ਦਿੱਲੀ ਦੇ ਇਸ਼ਾਰਿਆਂ ਤੇ ਨੱਚਣਾ। ਕਿਉਂਕਿ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਪੰਜਾਬ ਦੇ ਵਿੱਚ ਬਦਲਾਵ ਨੂੰ ਮੁੱਖ ਰੱਖ ਕੇ ਪਾਈਆਂ, ਭਗਵੰਤ ਮਾਨ ਦੇ ਮੂੰਹ ਨੂੰ ਪਾਇਆ। ਲੋਕ ਅਰਵਿੰਦ ਕੇਜਰੀਵਾਲ ਨੂੰ ਨਹੀਂ ਸੀ ਪਸੰਦ ਕਰਦੇ ਜਾਂ ਨਹੀਂ ਕੋਈ ਗੱਲ ਕਰਦੇ, ਨਹੀਂ ਕੋਈ ਇਦਾਂ ਦੀ ਗੱਲਬਾਤ ਹੈਗੀ। ਸੋ ਸਥਿਤੀ ਇਹ ਆ ਸੁਖਵਿੰਦਰ ਜੀ, ਆਉਂਦਿਆਂ ਦਿਨਾਂ 'ਚ ਭਗਵੰਤ ਮਾਨ ਵਾਸਤੇ ਕੋਈ ਨਾ ਕੋਈ ਇੱਕ ਵਾਰੀ ਲੀਕ ਖਿੱਚ ਕੇ ਕੰਮ ਕਰਨਾ ਪਏਗਾ। ਡਰਾਮਾ ਨਹੀਂ ਲੋਕ ਬਰਦਾਸ਼ਤ ਕਰਨਗੇ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਡਰਾਮੇ ਹੁੰਦੇ ਆ, ਪਹਿਲਾਂ ਅੱਜ ਇਹ ਫੈਸਲਾ ਕਰ ਰਿਹਾ, ਕੱਲ ਨੂੰ ਵਾਪਸ ਲੈ ਲਿਆ, VC ਲਾਇਆ, VC ਗੁਰਦਾਂ ਦੇ ਫਾਈਲ ਵਾਪਸ ਕਰਤੀ, ਫਾਈਲ ਵਾਪਸ ਲਈ। ਇਹੋ ਜਿਹੇ ਡਰਾਮੇ ਇਸ ਮੁੱਦੇ ਤੇ ਨਹੀਂ ਚੱਲਣਗੇ। ਸਰਕਾਰ ਨੂੰ ਗੰਭੀਰਤਾ ਨਾਲ ਕੋਈ ਪ੍ਰਸ਼ਨ ਜਿਹੜਾ ਠਾਉਣਾ ਪਏਗਾ। ਬਾਕੀ ਦੀ ਕੁਲਤਾਰ ਸੰਧਵਾ ਦੀ ਗੱਲ, ਕੁਲਤਾਰ ਸੰਧਵਾ ਨੇ ਗੱਲ ਕਹੀ ਕਿ ਠੀਕ ਆ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਿਹੜੇ ਇੱਥੇ ਵੀ ਨਹੀਂ ਬਖਸ਼ੇ ਜਾਣਗੇ, ਉੱਥੇ ਵੀ ਨਹੀਂ ਬਖਸ਼ੇ ਜਾਣਗੇ। ਚੰਗੀ ਗੱਲ ਆ ਜੇਕਰ ਕੁਲਤਾਰ ਸਿੰਘ ਸੰਧਵਾ ਵਰਗਾ ਵਿਅਕਤੀ ਜਿਹੜਾ ਇੱਕ ਪਿਛੋਕੜ ਬੜਾ ਅਸੀਂ ਕਹਿ ਸਕਦੇ ਕਿ ਸਿੱਖੀ ਨਾਲ ਭਰਪੂਰ ਗਿਆਨੀ ਜੈਲ ਸਿੰਘ ਵਰਗੇ ਵਿਅਕਤੀਆਂ ਦਾ ਉਹਨਾਂ ਦਾ ਨਾਮ ਜੁੜਦਾ ਜਿਹੜੇ ਸਿੱਖੀ ਦੇ ਵਿੱਚ ਪੂਰੇ ਪੱਕ ਸਨ। ਤੇ ਗਿਆਨੀ ਜੈਲ ਸਿੰਘ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨਾਲ ਟੱਕਰ ਨਹੀਂ ਸੀ ਲਈ। ਉਹ ਹਮੇਸ਼ਾ ਨਤਮਸਤਕ ਰਹੇ ਗੁਰੂ ਪੰਥ ਨੂੰ ਔਰ ਅਕਾਲ ਤਖਤ ਸਾਹਿਬ ਨੂੰ। ਤਾਂ ਉਹ ਉਸ ਪਰਿਵਾਰ ਚੋਂ ਆਉਂਦੇ ਨੇ। ਤਾਂ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਬੋਲਾਂ ਤੇ ਕਿੰਨਾ ਕੁ ਖਰਾ ਉਤਰਦੇ ਆ, ਇਹ ਵੇਖਣਾ ਪਏਗਾ। ਇਹ ਮੈਂ ਫਿਰ ਕਹਿਣਾ, ਉਹ ਵਿਧਾਨ ਸਭਾ 'ਚ ਬੋਲ ਕੇ ਨਹੀਂ ਗਏ ਜਿੱਥੋਂ ਕਾਰਵਾਈ ਕਢਾ ਲਈ, ਕਾਰਵਾਈ ਬੰਦ ਕਰਾ ਲਈ ਖਹਿਰਾ ਸਾਹਿਬ, ਉਹ ਹੁਣ ਨਹੀਂ। ਹੁਣ ਉਹ ਲੋਕਾਂ ਦੀ ਕਚਹਿਰੀ 'ਚ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਉਹਨਾਂ ਨੇ ਇਹ ਬਿਆਨ ਕੀਤਾ। ਸਥਿਤੀ ਕੁਲਤਾਰ ਸਿੰਘ ਸੰਧਵਾ ਵਾਸਤੇ ਵੀ ਬੜੀ ਹੋਰ ਤਰੀਕੇ ਦੀ ਹੋ ਸਕਦੀ। ਹੁਣ ਵੇਖਣਾ ਹੋਵੇਗਾ ਕਿ ਉਹ ਸਪੀਕਰ ਦੇ ਅਹੁਦੇ ਨੂੰ ਬਚਾਉਣ ਵਾਸਤੇ ਕੀ ਕੁਝ ਕਰਦੇ ਆ ਜਾਂ ਇੱਕ ਸੱਚਾ ਗੁਰਸਿੱਖ ਬਣ ਕੇ ਸਾਹਮਣੇ ਆਉਂਦੇ ਆ। ਬਿਲਕੁਲ ਬਿਲਕੁਲ। ਕਣਕ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਾਈ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ।
ਧੰਨਵਾਦ।